दोस्तों ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ 'ਚ। ਅੱਜ ਦੀ ਮੇਰੀ ਦੀ ਵੀਡੀਓ ਵਿਸ਼ਾ ਪੜ੍ਹਾਈ ਤੋਂ ਹਟ ਕੇ ਉਹਨਾਂ ਨੌਜਵਾਨਾਂ ਲਈ ਜੋ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਜਾਂ ਕੋਈ ਵੋਕੇਸ਼ਨ ਟ੍ਰੇਡ ਕੀਤਾ ਹੈ ਜਾਂ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਨੇ। ਉਹਨਾਂ ਦੇ ਘਰ ਦੇ ਵਿੱਤੀ ਹਾਲਾਤ ਇਦਾਂ ਦੇ ਨਹੀਂ, ਕੋਈ ਆਪਣਾ ਕਾਰੋਬਾਰ ਜਾਂ ਉਹਨਾਂ ਕੋਲ ਕੋਈ ਬਜਟ ਨਹੀਂ ਹੈਗਾ। ਉਹਨਾਂ ਲਈ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ। ਇਸ ਵੀਡੀਓ ਦਾ ਅੱਜ ਵਿਸ਼ਾ ਹੈ ਮੇਰਾ ਪ੍ਰਧਾਨ ਮੰਤਰੀ ਮੁਦਰਾ ਯੋਜਨਾ। ਕੀ ਹੈ ਪ੍ਰਧਾਨ ਮੰਤਰੀ ਮੁਦਰਾ ਯੋਜਨਾ? ਇਹ ਕੋਈ ਵੀ ਉਦਮੀ ਜਿਹੜਾ 18 ਸਾਲ ਦਾ ਹੋ ਚੁੱਕਾ ਹੈ ਆਪਣਾ ਕਾਰੋਬਾਰ ਕਰਨਾ ਸ਼ੁਰੂ ਕਰ ਸਕਦਾ। ਕਿਸੇ ਵੀ ਬੈਂਕ ਦੀ ਕਿਸੇ ਵੀ ਬ੍ਰਾਂਚ ਤੋਂ ਉਹ ਲੋਨ ਲੈ ਸਕਦਾ ਹੈ। ਇਹਦਾ ਬਹੁਤ ਹੀ ਆਸਾਨ ਤਰੀਕਾ ਹੈ। ਉਸ ਬਾਰੇ ਵਿਸਤਾਰਪੂਰਵਕ ਵੀਡੀਓ ਬਣਾਈ ਹੈ। ਮੈਂ ਅਖੀਰ ਤੱਕ ਜ਼ਰੂਰ ਸੁਣਨਾ। ਜੇਕਰ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬਾਉਣਾ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਸੋ ਬੱਚੋ, अब विस्तारपूर्वक तुहानूं वीडियो भेजन जा रहा है। इस विच की दस्तावेज लगने ने वो सब तो वीडियो के अखीर च तुहानूं दसांगा। दस्तावेज पहलों तुहाडी ਉਹਦੇ वास्ते एलिजिबिलिटी ਜਾਂ की तुहानूं फैसिलिटी मिल सकती है वो पहलों तुहानूं दस्सण जा रहे। इसलिए वीडियो अखीर तक जरूर वेखना। सब तो पहला आपां ਇਹਦੇ पैरामीटर्स की ने ते ਉਹਦਾ पूरा विस्तार ਉਹਨਾਂ पैरामीटर ਦਾ विस्तारपूर्वक तुहानूं वर्णन करन जा रहे हैं। पहला सब तो मकसद प्रधान मंत्री मुद्रा योजना ਦਾ परपज की है। ਜਿਹੜੀ ਆ ਸਕੀਮ ਸ਼ੁਰੂ ਕੀਤੀ ਗਈ ਹੈ, ਕਿਉਂ ਕੀਤੀ ਗਈ ਹੈ? ਇਹ ਕਿਸੇ ਵੀ ਵਿਅਕਤੀ ਦੀ ਆਮਦਨ ਪੈਦਾ ਕਰਨੀ, ਜਿਹੜਾ ਨਿਰਮਾਣ ਵਪਾਰ ਜਾਂ ਸੇਵਾਵਾਂ ਭਾਵ ਕੰਸਟਰਕਸ਼ਨ 'ਚ ਜਾਂ ਕਿਸੇ ਕਾਰੋਬਾਰ ਜਾਂ ਸਰਵਿਸਿਸ ਵਿੱਚ ਜਿਹਦਾ ਆਪਣਾ ਕੈਫੇ ਖੋਲ੍ਹਣਾ ਚਾਹੁੰਦਾ ਜਾਂ ਕੋਈ ਇੱਦਾਂ ਦਾ ਕੰਮ ਸੇਵਾਵਾਂ ਸਰਵਿਸਿਸ ਦੇ ਰਿਹਾ, ਕੋਈ ਵੀ ਉਹ ਉੱਦਾਂ ਦਾ ਕੰਮ ਜਿਹੜਾ ਖੇਤੀ ਨਾਲ ਰਿਲੇਟਡ ਨਹੀਂ ਹੈ। ਖੇਤੀ ਤੋਂ ਇਲਾਵਾ ਜਿਹੜੇ ਕੰਮ ਸ਼ੁਰੂ ਕਰਨ ਲਈ ਕੋਈ ਵੀ ਕਿਸੇ ਨੂੰ ਵਿੱਤੀ ਮਦਦ ਦੀ ਲੋੜ ਹੈ ਉਹ ਬੈਂਕ ਮੁਹੱਈਆ ਕਰਵਾਏਗਾ। ਜਿਹੜਾ ਯੋਗਤਾ ਇਹ 'ਚ ਕਿਹਨੂੰ ਮਿਲ ਸਕਦਾ ਹੈ? ਵਿਅਕਤੀਗਤ ਕੋਈ ਵੀ ਬੰਦਾ ਲੈ ਸਕਦਾ ਹੈ। ਕਿਸੇ ਦੀ ਆਪਣੀ ਮਲਕੀਅਤ ਹੈਗੀ ਜਾਂ ਨਹੀਂ ਹੈਗੀ ਇਹਦਾ ਨਾਲ ਕੋਈ ਮਤਲਬ ਨਹੀਂ ਹੈ। ਅਤੇ ਭਾਈਵਾਲੀ ਫਰਮਾਂ ਨੇ ਜਿਹੜੀਆਂ ਉਹ ਵੀ ਦੇ ਸਕਦੀਆਂ ਜਾਂ ਪ੍ਰਾਈਵੇਟ ਲਿਮਟਿਡ ਨੇ ਜਦੋਂ ਆਪਣੇ ਜਿਹੜੀਆਂ ਛੋਟੀਆਂ ਫਰਮ ਨੇ ਉਹਨਾਂ ਨੂੰ ਦਿੱਤਾ ਜਾਏਗਾ ਕਰਜ਼ਾ। ਫਿਰ ਮੁਦਰਾ ਲੋਨ ਵੱਧ ਤੋਂ ਵੱਧ ਸੀਮਾ ਦੇ ਅਧੀਨ ਕਲਸਟਰ ਦੇ ਆਧਾਰ 'ਤੇ ਵੀ ਵਧਾਇਆ ਜਾ ਸਕਦਾ ਹੈ। ਬੈਂਕ ਦਾ ਇੰਟਰਨਲ ਮਾਮਲਾ ਉਹ ਆਪਣੇ ਹਿਸਾਬ ਨਾਲ ਇਹਨੂੰ ਜਿਹੜੀ ਯੋਗਤਾ ਕੀ ਹੈ ਉਹਨੂੰ ਵਧਾ ਸਕਦੀ ਹੈ। ਐਕਸਪੋਜਰ ਦੀ ਮਾਤਰਾ ਵੱਧ ਤੋਂ ਵੱਧ ਕਿੰਨਾ ਲੋਨ ਮਿਲ ਸਕਦਾ? ਬੱਚੋ ਇਹਦੇ ਵਿੱਚ ਇਸ ਸਕੀਮ ਦੇ ਵਿੱਚ ਵੱਧ ਤੋਂ ਵੱਧ ਤੁਹਾਨੂੰ 10 ਲੱਖ ਰੁਪਏ ਤੱਕ ਦਾ ਲੋਨ ਮਿਲ ਸਕਦਾ ਹੈ। ਧਿਆਨ ਨਾਲ ਸੁਣੋ, 10 ਲੱਖ ਰੁਪਏ ਤੱਕ ਦਾ ਤੁਸੀਂ ਲੋਨ ਬੈਂਕ ਤੋਂ ਬਗੈਰ ਕਿਸੇ ਗਰੰਟੀ ਤੋਂ ਲੈ ਸਕਦੇ ਹੋ। ਪਰ ਇਸ ਦਾ ਤਰੀਕਾ ਤੁਹਾਨੂੰ ਜਿਹੜੇ ਨਾਲ ਦਸਤਾਵੇਜ਼ ਲੱਗਣੇ ਉਹ ਪੂਰੇ ਤੁਹਾਨੂੰ ਸਮਝਣੇ ਪੈਣਗੇ, ਉਹ ਤੋਂ ਬਾਅਦ ਇਹ ਤੁਹਾਨੂੰ ਕਰਜ਼ਾ ਮਿਲੇਗਾ। ਇਹਨੂੰ 3 ਸ਼੍ਰੇਣੀਆਂ 'ਚ ਵੰਡਿਆ ਗਿਆ ਹੈ ਕਿ ਕਿਸ ਤਰ੍ਹਾਂ ਕਿਹੜਾ ਲੋਨ ਕਿਸ ਤਰ੍ਹਾਂ ਮਿਲੇਗਾ। ਸਭ ਤੋਂ ਪਹਿਲਾਂ ਸ਼ਿਸ਼ੂ ਯੋਜਨਾ, ਉਹ 'ਚ 50,000 ਰੁਪਏ ਤੱਕ ਦਾ ਕਰਜ਼ਾ ਮਿਲਦਾ ਹੈ। ਫਿਰ ਕਿਸ਼ੋਰ ਯੋਜਨਾ, ਇਹਨੂੰ 50,000 ਤੋਂ 5 ਲੱਖ ਰੁਪਏ ਤੱਕ ਕਰਜ਼ਾ ਮਿਲਦਾ ਹੈ। ਤੇ ਫਿਰ ਤਰੁਣ ਯੋਜਨਾ, ਇਹਦੇ 'ਚ 5 ਲੱਖ ਰੁਪਏ ਤੋਂ 10 ਲੱਖ ਰੁਪਏ ਤੱਕ ਦਾ ਕਰਜ਼ਾ ਮਿਲ ਸਕਦਾ ਹੈ। ਫਿਰ ਅੱਗੇ ਰਿਸੋਰਸ ਦੀ ਪ੍ਰਕਿਰਤੀ ਕੀ ਹੈ? ਸਭ ਤੋਂ ਪਹਿਲਾਂ ਟਰਮ ਲੋਨ ਦਾ ਜਿਹਨੂੰ ਕਹਿੰਦਾ ਮਿਆਦੀ ਕਰਜ਼ਾ, ਜੇ ਕਿਸ਼ਤਾਂ ਆਪਾਂ ਤਾਰਨੀ ਹੁੰਦੀ ਉਹਨੂੰ ਟਰਮ ਲੋਨ ਕਹਿੰਦੇ। ਇਹ ਲੋਨ ਤੁਹਾਡਾ ਕੋਈ ਕੰਮ ਜਿਹੜਾ ਸ਼ੁਰੂ ਕਰਨਾ ਉਹਦੇ ਵਾਸਤੇ ਕੋਈ ਫਰਨੀਚਰ ਖਰੀਦਣਾ ਹੈ, ਕੋਈ ਸਮਾਨ ਇਕਵਿਪਮੈਂਟ ਖਰੀਦਣਾ ਹੈ, ਇਸ ਤਰ੍ਹਾਂ ਦੇ ਵਾਸਤੇ ਤੁਹਾਨੂੰ ਕਰਜ਼ਾ ਮਨਜ਼ੂਰ ਕੀਤਾ ਜਾਂਦਾ, ਟਰਮ ਲੋਨ ਦੇ ਤੌਰ 'ਤੇ ਦਿੱਤਾ ਜਾਂਦਾ ਹੈ ਜਿਹੜਾ ਪ੍ਰਧਾਨ ਮੰਤਰੀ ਮੁਦਰਾ ਲੋਨ ਜਿਹੜਾ ਹੁੰਦਾ ਹੈ। ਜਾਂ ਵਰਕਿੰਗ ਕੈਪੀਟਲ ਤੌਰ 'ਤੇ ਤੁਸੀਂ ਲੈ ਸਕਦੇ ਹੋ। ਜੇ ਆਲਰੇਡੀ ਤੁਸੀਂ ਕੰਮ ਕਰ ਰਹੇ ਹੋ ਉਹਦੇ 'ਚ ਤੁਹਾਨੂੰ ਵਰਕਿੰਗ ਕੈਪੀਟਲ ਭਾਵ ਜਿਸ ਤਰ੍ਹਾਂ ਹਲਵਾਈ ਦਾ ਕੰਮ ਕਰਦੇ ਤੁਹਾਨੂੰ ਰੋਜ਼ ਦੇ ਰੋਜ਼ ਜਿਹੜਾ ਸਮਾਨ ਖਰੀਦਣਾ ਪੈਂਦਾ ਹੈ ਉਹਦੇ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਹੈ ਅਤੇ ਤਾਂ ਕਿ ਤੁਸੀਂ ਉਹ ਤੁਹਾਨੂੰ ਬੈਂਕ ਤੋਂ ਲਿਮਿਟ ਵੱਧ ਜਾਵੇ ਅਤੇ ਉਹ ਅੱਜ ਦਾ ਦਿਨ ਤੁਸੀਂ ਵਰਤੋ, ਕੱਲ੍ਹ ਜੋ ਉਹਦੀ ਸੇਲ ਹੋ ਗਈ ਉਹਦੇ ਪੈਸੇ ਤੁਸੀਂ ਫਿਰ ਬੈਂਕ 'ਚ ਜਮ੍ਹਾਂ ਕਰਾਓ। ਜਿੱਦਾਂ ਕਰੰਟ ਅਕਾਊਂਟ ਹੁੰਦਾ ਉਸੇ ਤਰ੍ਹਾਂ ਹੀ ਇਹਦੇ 'ਚ ਤੁਸੀਂ ਪੈਸੇ ਪਹਿਲੋਂ ਕਢਵਾ ਸਕਦੇ ਹੋ ਅਤੇ ਨਾਲ ਹੀ ਉਹਦੇ ਜਿੱਦਾਂ ਤੁਹਾਡੀ ਕਮਾਈ ਹੋਊਗੀ ਉਹਨੂੰ ਜਮ੍ਹਾਂ ਕਰਵਾਈ ਜਾਓਗੇ, ਤੁਹਾਨੂੰ ਉਹਦੀ ਲਿਮਿਟ ਬਣੀ ਰਹੇਗੀ। ਫਿਰ ਕੰਪੋਜਿਟ ਲੋਨ ਦੋਵੇਂ ਤਰ੍ਹਾਂ ਦਾ ਲੋਨ ਹੁੰਦਾ ਹੈ, ਟਰਮ ਲੋਨ ਵੀ ਅਤੇ ਵਰਕਿੰਗ ਕੈਪੀਟਲ ਦੋਨੋਂ ਤਰ੍ਹਾਂ ਦਾ। ਚਾਹੇ ਤੁਹਾਨੂੰ ਕੋਈ ਸਮਾਨ ਖਰੀਦਣ ਲਈ ਵੀ ਚਾਹੀਦਾ ਅਤੇ ਪਲੱਸ ਤੁਹਾਨੂੰ ਜੇ ਉਹਦੇ ਜਿਹੜਾ ਵਰਕਿੰਗ ਕੈਪੀਟਲ ਜਿਹੜਾ ਤੁਹਾਨੂੰ ਉਹਨੇ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਉਹਦੇ ਲਿਮਿਟ ਬਣਵਾ ਸਕਦੇ ਹੋ। ਦੋਨੋਂ ਤਰ੍ਹਾਂ ਦਾ ਲੋਨ ਇਕੱਠਾ ਵੀ ਮਿਲ ਸਕਦਾ ਹੈ। ਫਿਰ ਆਮਦਨ ਟੈਕਸ ਰਿਟਰਨ, ਜਿਸ ਸਮੇਂ ਪਹਿਲਾਂ ਸ਼ੁਰੂ ਕੰਮ ਕਰ ਰਹੇ ਹੋ ਰਿਟਰਨ ਦੀ ਲੋੜ ਨਹੀਂ ਹੈ ਅਤੇ ਤੁਹਾਨੂੰ ਸਿਰਫ ਆਪਣਾ ਕਾਰੋਬਾਰ ਹੀ ਵਿਖਾਉਣਾ ਪਏਗਾ ਤੁਸੀਂ ਕੀ ਕੰਮ ਕਰਨ ਜਾ ਰਹੇ ਹੋ, ਇਹਦੇ 'ਤੇ ਰਿਟਰਨ ਦੀ ਲੋੜ ਨਹੀਂ ਹੈ। ਫਿਰ ਰੀਪੇਮੈਂਟ ਪੀਰੀਅਡ, ਜਿਹੜਾ ਪੀਰੀਅਡ ਕਦੋਂ ਤੁਸੀਂ ਇਹਦਾ ਮੁੜ ਭੁਗਤਾਨ ਕਦੋਂ ਸ਼ੁਰੂ ਕਰਨਾ ਹੈ? ਬੱਚੋ ਪਹਿਲੇ 3 ਮਹੀਨੇ ਤੁਹਾਨੂੰ ਸਿਰਫ ਵਿਆਜ ਦੀ ਹੀ ਕਿਸ਼ਤ ਤਾਰਨੀ ਹੈ, ਮੂਲ ਰਕਮ ਦਾ ਕੋਈ ਤੁਸੀਂ ਨਹੀਂ ਤਾਰਨਾ। ਇਹ ਤੁਸੀਂ ਪੈਸੇ ਜਿਹੜੇ 3 ਮਹੀਨਿਆਂ ਬਾਅਦ ਤਾਰਨੇ ਸ਼ੁਰੂ ਕਰਨੇ ਆ। ਲਿਮਿਟ ਇਹਦੀ 7 ਸਾਲ ਦੀ ਹੁੰਦੀ ਹੈ। ਫਿਰ ਅੱਗੇ CRA ਸਕੋਰ ਜਿਹੜਾ ਬੈਂਕ ਦਾ ਇੰਟਰਨਲ ਮਾਮਲਾ ਹੈ, ਇਸ ਦੇ ਮੁਤਾਬਿਕ ਤੁਹਾਨੂੰ ਇੱਕ
ਤੁਹਾਡਾ ਕ੍ਰੈਡਿਟ ਜਿੱਦਾਂ ਸਿਬਲ ਹੁੰਦਾ ਉਸ ਤਰ੍ਹਾਂ ਬੈਂਕ ਵੇਖੇਗਾ ਕਿ ਤੁਹਾਡੇ ਕੋਲੋਂ ਜਿਹੜਾ ਤੁਹਾਡਾ ਰੈਪੂਟੇਸ਼ਨ ਕਿਸ ਤਰ੍ਹਾਂ ਦਾ ਹੈ, ਤੁਸੀਂ ਕੰਮ ਪੈਸੇ ਮੋੜ ਸਕਦੇ ਹੋ ਨਹੀਂ ਮੋੜ ਸਕਦੇ। ਇਹ 'ਚ ਤੁਹਾਡੀ ਜਿਹੜੇ ਬੈਂਕ 'ਚ ਆਲਰੇਡੀ ਤੁਸੀਂ ਕੋਈ ਆਪਣਾ ਫਿਕਸ ਡਿਪੋਜ਼ਿਟ ਕੀਤੀ ਹੈ ਜਾਂ ਕੋਈ ਬਚਤ ਆ, ਉਹਦੇ ਬਾਰੇ ਕੋਈ ਵੀ ਵੇਰਵਾ ਨਹੀਂ ਦੇਣ ਦੀ ਲੋੜ। ਫਿਰ ਅੱਗੇ ਵੈਲਿਡਿਟੀ ਆਫ ਕੈਸ਼, ਵੈਲਿਡਿਟੀ ਇਨ ਕੇਸ ਆਫ ਵਰਕਿੰਗ ਕੈਪੀਟਲ। ਜੇ ਤੁਸੀਂ ਵਰਕਿੰਗ ਕੈਪੀਟਲ ਲੈਣਾ ਚਾਹੁੰਦੇ, ਲਿਮਿਟ ਬਣਾਉਣਾ ਚਾਹੁੰਦੇ, ਉਹਦੇ ਵਿੱਚ ਤੁਹਾਡੀ ਲਿਮਿਟ 3 ਸਾਲ ਦੀ ਹੋਏਗੀ, ਪਰ ਹਰ ਸਾਲ ਤੁਹਾਡੇ ਸਾਲ ਦਾ ਪੂਰਾ ਬਿਹੇਵੀਅਰ ਵੇਖ ਕੇ ਕਿ ਤੁਸੀਂ ਕਿਸ ਤਰ੍ਹਾਂ ਪੈਸੇ ਮੋੜ ਰਹੇ ਹੋ, ਉਹਦਾ ਸਾਰਾ ਤੁਹਾਡਾ ਰਿਵਿਊ ਕਰਨ ਤੋਂ ਬਾਅਦ ਫਿਰ ਅੱਗੇ ਐਕਸਟੈਂਡ ਮਿਲਦਾ ਰਹੇਗੀ। 3 ਸਾਲ ਵਾਸਤੇ ਐਕਸਟੈਂਸ਼ਨ ਹੁੰਦੀ ਰਹਿੰਦੀ ਹੈ। ਪਰ ਸਟਾਕ ਸਟੇਟਮੈਂਟ ਆ ਤੁਹਾਨੂੰ ਬਣਾਉਣੀ ਪਵੇਗੀ। ਇਹ ਸਿੱਖ ਲਓ ਤੁਸੀਂ ਬੱਚੋ ਪਹਿਲਾਂ ਹੀ। ਸਟਾਕ ਸਟੇਟਮੈਂਟ ਪਾਓ ਕਿ ਜਿਹੜਾ ਤੁਸੀਂ ਸਮਾਨ ਖਰੀਦ ਰਹੇ ਹੋ ਉਹ ਜਦੋਂ ਵਿਕ ਗਿਆ ਉਹਨਾਂ ਉਸ ਨਾਲ ਕਿੰਨਾ ਵਿਕ ਗਿਆ, ਔਰ ਇੱਕ ਰਿਕਾਰਡ ਬਣਾਉਣਾ ਤੁਸੀਂ। ਫਿਰ ਅੱਗੇ ਦੁਬਾਰਾ ਕਿੰਨਾ ਖਰੀਦਿਆ ਸਮਾਨ, ਉਹ 'ਚ ਕਿੰਨਾ ਵਿਕ ਗਿਆ, ਮੰਥਲੀ ਤੁਹਾਡਾ ਰਿਕਾਰਡ ਬਣਿਆ ਹੋਣਾ ਚਾਹੀਦਾ ਹੈ। ਫਿਰ ਪ੍ਰਾਇਮਰੀ ਸਿਕਿਉਰਿਟੀ ਜਿਹੜੀ ਹੈ, ਉਹ ਸਿਕਿਉਰਿਟੀ ਤੁਹਾਡੀ ਜਿਹੜੀ ਹੋਏਗੀ ਜੋ ਤੁਸੀਂ ਖਰੀਦਿਆ ਉਹ ਬੈਂਕ ਦੇ ਕੋਲ ਗਹਿਣੇ ਰਹੂਗੀ। ਜੇ ਤੁਸੀਂ ਫਰਨੀਚਰ ਖਰੀਦਿਆ ਜਾਂ ਕੋਈ ਇਕਵਿਪਮੈਂਟ ਖਰੀਦਿਆ, ਜਦੋਂ ਤੱਕ ਤੁਸੀਂ ਲੋਨ ਪੂਰਾ ਤਾਰਦੇ ਨਹੀਂ ਉਹ ਬੈਂਕ ਤੇ ਗਹਿਣੇ ਹੋਏਗਾ, ਤੁਸੀਂ ਉਹਨੂੰ ਗਾਂ ਵੇਚ ਨਹੀਂ ਸਕਦੇ। ਫਿਰ ਵਿਆਜ ਦਰ ਜਿਹੜੀ ਹੁਣ ਇਸ ਵੇਲੇ 8.5 ਜਿਹੜਾ ਰੇਟ ਆਫ ਇੰਟਰਸਟ ਲੱਗ ਰਿਹਾ, ਜਿਹੜਾ ਕਿ ਬਹੁਤ ਘੱਟ ਹੈ ਬਾਕੀ ਲੋਨ ਨਾਲੋਂ, ਤਾਂ ਕਿ ਤੁਸੀਂ ਕਾਰੋਬਾਰ ਸ਼ੁਰੂ ਕਰ ਸਕੋ, ਇਹਦੀ ਸਹੂਲਤ ਦਿੱਤੀ ਗਈ ਹੈ। ਫਿਰ ਇਹਦਾ ਮਾਰਜਨ ਟਰਮ ਕੀ ਭਾਵ ਕਿ ਤੁਸੀਂ ਜੇ ਕੰਮ ਸ਼ੁਰੂ ਕਰ ਰਹੇ, ਜੇ ਬੈਂਕ ਕੋਲੋਂ ਤੁਸੀਂ ਲੋਨ ਲੈ ਰਹੇ ਹੋ ਤੇ ਉਹ ਕਿੰਨਾ ਲੋਨ ਲੈਣਾ ਤੇ ਉਹਦੇ 'ਚ ਤੁਹਾਨੂੰ ਆਪਣੀ ਕਿੰਨੇ ਵਿੱਚ ਇਨਵੈਸਟਮੈਂਟ ਕਰਨੀ ਪਏਗੀ, ਇਹ ਸਾਰਾ ਤੁਹਾਨੂੰ ਵੇਰਵਾ ਦੱਸ ਰਿਹਾ। ਜੇ ਤੁਸੀਂ 50,000 ਤੱਕ ਲੋਨ ਲੈ ਰਹੇ ਹੋ, ਸਿਸ਼ੂ ਲੋਨ ਲੈ ਰਹੇ ਹੋ, ਉਹਦੇ 'ਚ ਤੁਹਾਨੂੰ ਕੋਈ ਵੀ ਆਪਣੇ ਵੱਲੋਂ ਪੈਸਾ ਖਰਚਣ ਦੀ ਲੋੜ ਨਹੀਂ, ਸਾਰਾ ਬੈਂਕ ਹੀ ਦੇਗਾ। ਉਸ ਤਰ੍ਹਾਂ ਜੇ 50,000 ਤੋਂ 2 ਲੱਖ ਰੁਪਏ ਤੱਕ ਤੁਸੀਂ ਬੈਂਕ ਤੋਂ ਕਰਜ਼ਾ ਲੈਣਾ ਚਾਹੁੰਦੇ ਹੋ ਕੋਈ ਕਾਰੋਬਾਰ ਸ਼ੁਰੂ ਕਰਨ ਲਈ, ਉਹਦੇ ਵਿੱਚ ਤੁਹਾਨੂੰ ਆਪਣੇ ਵੱਲੋਂ ਕੋਈ ਵੀ ਇਨਵੈਸਟ ਕਰਨ ਦੀ ਲੋੜ ਨਹੀਂ, ਸਾਰੇ ਪੈਸੇ ਬੈਂਕ ਤੁਹਾਨੂੰ ਮੁਹੱਈਆ ਕਰਵਾਏਗਾ ਇਹ ਲੋਨ। ਪਰ ਜੇ ਤੁਸੀਂ 2 ਲੱਖ ਤੋਂ 5 ਲੱਖ ਰੁਪਏ ਤੱਕ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ 15% ਆਪਣੇ ਵੱਲੋਂ ਖਰਚਣੇ ਪੈਣਗੇ। ਉਸ ਤਰ੍ਹਾਂ 5 ਲੱਖ ਤੋਂ 10 ਲੱਖ ਰੁਪਏ ਤੱਕ ਜੇ ਲੈਣਾ ਚਾਹੁੰਦੇ ਤਾਂ ਫਿਰ 20% ਪੈਸੇ ਤੁਹਾਨੂੰ ਆਪਣੇ ਵੱਲੋਂ ਲਾਉਣੇ ਪੈਣਗੇ ਉਸ ਕਾਰੋਬਾਰ ਲਈ। ਫਿਰ ਪ੍ਰੋਸੈਸ ਫੀਸ ਜਾਂ ਡਾਕੂਮੈਂਟੇਸ਼ਨ ਫੀਸ ਜਿਹੜੀ ਬੈਂਕ ਦੇ ਜਿਹੜੇ ਦਿਸ਼ਾ ਨਿਰਦੇਸ਼ ਹੁੰਦੇ ਉਹਦੇ ਅਨੁਸਾਰ ਲੱਗੇਗੀ, ਬਹੁਤ ਘੱਟ ਫੀਸ ਹੁੰਦੀ ਹੈ, ਪ੍ਰੋਸੈਸਿੰਗ ਫੀਸ ਕੋਈ ਜ਼ਿਆਦਾ ਨਹੀਂ ਹੁੰਦੀ ਇਹਦੀ। ਫਿਰ ਲੋਨ ਐਪਲੀਕੇਸ਼ਨ ਕਿਹੜੀ ਭਰਨੀ ਹੈ, ਇਹ ਅਨੈਕਜ਼ਰ 1 ਭਰਨਾ ਤੁਸੀਂ 50,000 ਰੁਪਏ ਤੱਕ ਤੁਹਾਨੂੰ ਬੈਂਕ ਮੁਹੱਈਆ ਕਰਵਾਏਗਾ। ਉਸ ਤਰ੍ਹਾਂ ਜੇ 50,000 ਤੋਂ 10 ਲੱਖ ਤਾਂ ਫਿਰ ਅਨੈਕਜ਼ਰ 20 ਭਰਨਾ, ਉਹ ਵੀ ਬੈਂਕ ਵੱਲੋਂ ਤੁਹਾਨੂੰ ਮੁਹੱਈਆ ਕਰਵਾ ਦਿੱਤੀ ਜਾਏਗੀ। ਅੱਗੇ ਬੱਚੋ ਧਿਆਨ ਦੇਣ ਵਾਲੀ ਗੱਲ ਹੈ, ਜਿਹੜੇ ਉਦਯੋਗ ਆਧਾਰ ਰਜਿਸਟ੍ਰੇਸ਼ਨ ਨੰਬਰ ਇਹ ਬਹੁਤ ਲਾਜ਼ਮੀ ਹੈ। ਕੋਈ ਵੀ ਲੋਨ ਲੈਣ ਤੋਂ ਪਹਿਲਾਂ ਤੁਹਾਨੂੰ ਜਿਹੜਾ ਉਦਯੋਗ ਆਧਾਰ ਰਜਿਸਟ੍ਰੇਸ਼ਨ ਨੰਬਰ ਲੈਣਾ ਪਵੇਗਾ। ਇਹ ਕੋਈ ਲੰਬਾ ਚੌੜਾ ਪ੍ਰੋਸੀਜਰ ਨਹੀਂ ਹੈਗਾ, ਕਿਸੇ ਵੀ ਕੰਪਿਊਟਰ ਕੈਫੇ ਤੇ ਜਾਂ ਤੁਸੀਂ ਖੁਦ ਆਨਲਾਈਨ ਜਾ ਕੇ ਇਹਦੀ ਰਜਿਸਟ੍ਰੇਸ਼ਨ ਕਰ ਸਕਦੇ ਹੋ। 250 ਰੁਪਏ ਸਾਰੀ ਫੀਸ ਹੁੰਦੀ ਹੈ। ਕਾਰਡ ਨੰਬਰ ਲੈਣਾ ਬਹੁਤ ਜ਼ਰੂਰੀ, ਫਿਰ ਹੀ ਤੁਹਾਨੂੰ ਲੋਨ ਮਿਲੇਗਾ। ਇਸ ਲਈ ਅਪਲਾਈ ਕਰਨ ਤੋਂ ਬਾਅਦ ਹੀ ਲੋਨ ਵਾਸਤੇ ਅਪਲਾਈ ਕਰਨਾ ਹੈ ਤੁਸੀਂ। ਫਿਰ ਕਿੰਨਾ ਟਾਈਮ ਲੱਗੇਗਾ ਤੁਹਾਨੂੰ ਆ ਲੋਨ ਦੇਣ ਲੱਗੇ, ਬੈਂਕ ਕਿੰਨਾ ਟਾਈਮ ਲਾਏਗਾ। ਜੇ 5 ਲੱਖ ਰੁਪਏ ਤੱਕ ਦਾ ਤੁਸੀਂ ਲੋਨ ਲੈ ਰਹੇ ਹੋ ਤਾਂ 2 ਹਫ਼ਤਿਆਂ ਦੇ ਵਿੱਚ ਤੁਹਾਡਾ, ਜਦੋਂ ਤੁਸੀਂ ਅਰਜ਼ੀ ਦੇ ਦਿੱਤੀ ਹੈ 2 ਹਫ਼ਤਿਆਂ ਦੇ ਵਿੱਚ ਤੁਹਾਨੂੰ ਲੋਨ ਮਿਲ ਜਾਏਗਾ, ਭਾਵ 15 ਦਿਨਾਂ ਦੇ ਵਿੱਚ ਤੁਹਾਨੂੰ ਲੋਨ ਮਿਲ ਜਾਏਗਾ। ਜੇ 5 ਲੱਖ ਤੋਂ ਵੱਧ ਲੈ ਰਹੇ ਹੋ ਤੁਸੀਂ ਫਿਰ 3 ਹਫ਼ਤੇ ਦਾ ਸਮਾਂ ਲੱਗੇਗਾ। ਪਰ ਇੱਕ ਚੀਜ਼ ਦਾ ਧਿਆਨ ਰੱਖਣਾ, ਤੁਹਾਡੇ ਜਿਹੜੇ ਕਾਗਜ਼ ਮੈਂ ਤੁਹਾਨੂੰ ਦੱਸ ਰਿਹਾ ਡਾਕੂਮੈਂਟ ਕੀ ਲੱਗਣੇ ਉਹ ਅਖੀਰ 'ਚ ਦੱਸਾਂਗਾ, ਉਹ ਪੂਰੇ ਹੋਣੇ ਚਾਹੀਦੇ। ਹਰ ਪੱਖ ਤੋਂ ਤੁਹਾਡੀ ਐਪਲੀਕੇਸ਼ਨ ਪੂਰੀ ਹੋਵੇਗੀ। ਉਦਯੋਗ ਰਜਿਸਟ੍ਰੇਸ਼ਨ ਨੰਬਰ ਹੋਣਾ ਜ਼ਰੂਰੀ ਹੈ ਤੇ ਡਾਕੂਮੈਂਟ ਸਾਰੇ ਲੱਗੇ ਹੋਣ ਤੇ ਫਿਰ ਹੀ ਤੁਹਾਨੂੰ 2 ਹਫ਼ਤਿਆਂ ਦੇ ਵਿੱਚ ਲੋਨ ਮਿਲ ਜਾਏਗਾ। ਫਿਰ ਦਸਤਾਵੇਜ਼ ਤੁਹਾਨੂੰ ਬੈਂਕ ਦੀ ਜਿਹੜੀ ਗਾਈਡਲਾਈਨ ਉਹਦੇ ਮੁਤਾਬਿਕ ਤੁਹਾਨੂੰ ਇਸ ਵੀਡੀਓ ਦੇ ਅਖੀਰ 'ਚ ਦੱਸਾਂਗਾ। ਫਿਰ ਡਿਸਬਰਸਮੈਂਟ ਆਫ ਟਰਮ ਲੋਨ, ਕਿੰਨੇ ਚਿਰ 'ਚ ਤੁਹਾਨੂੰ ਲੋਨ ਮਿਲ ਜਾਏਗਾ, ਕਿਸ ਚੀਜ਼ ਵਾਸਤੇ ਮਿਲੇਗਾ। ਜਿਹੜਾ ਸਮਾਨ ਤੁਸੀਂ ਲੈਣਾ ਹੈ, ਜੇ 50,000 ਤੱਕ ਲੋਨ ਲੈ ਰਹੇ ਹੋ ਤੁਸੀਂ ਤੇ ਫਿਰ ਤੁਹਾਨੂੰ ਸਿੱਧਾ ਹੀ ਤੁਹਾਡੇ ਖਾਤੇ 'ਚ ਪੈਸੇ ਜਾਣਗੇ। ਪਰ ਜੇ 50,000 ਤੋਂ ਵੱਧ ਦਾ ਲੋਨ ਤੁਸੀਂ ਲੈ ਰਹੇ ਹੋ ਫਿਰ ਤੁਹਾਨੂੰ ਉਹਦੇ ਇਕਵਿਪਮੈਂਟ ਜਿੱਥੋਂ ਤੁਸੀਂ ਲੈ ਰਹੇ ਹੋ, ਜਿੱਥੋਂ ਤੁਸੀਂ ਫਰਨੀਚਰ ਲੈ ਰਹੇ ਹੋ, ਸਿੱਧਾ ਉਸ ਸਮਾਨ ਦੇ ਪੈਸੇ ਉਸ ਦੁਕਾਨਦਾਰ ਨੂੰ ਮਿਲਣਗੇ। ਉਹਦੇ 'ਚ ਤੁਹਾਨੂੰ ਆਪਣੇ ਅਸਲ ਬਿੱਲ ਦੇਣੇ ਪੈਣਗੇ। ਪਰ ਜੇ 50,000 ਥੱਲੇ ਲੈ ਰਹੇ ਹੋ ਜਾਂ 50,000 ਤੱਕ ਲੋਨ ਜਿਹੜਾ ਤੁਸੀਂ ਲੈ ਰਹੇ ਹੋ ਉਹਦੇ 'ਚ ਕੋਈ ਬਿੱਲ ਦੀ ਲੋੜ ਨਹੀਂ, ਸਿਰਫ ਇੱਕ ਕੋਟੇਸ਼ਨ ਦੇਣੀ ਹੈ, ਉਹਦੇ ਬਿਹਾਫ ਦੇ ਤੁਹਾਨੂੰ ਪੈਸੇ ਤੁਹਾਡੇ ਖਾਤੇ 'ਚ ਪੈ ਜਾਣਗੇ। ਫਿਰ ਬੀਮਾ ਇਹਦਾ ਕਰਵਾਉਣਾ ਬਹੁਤ ਜ਼ਰੂਰੀ ਹੈ। ਉਹ ਬੈਂਕ ਦੇ ਬਹੁਤ ਘੱਟ ਚਾਰਜਿਸ ਹੁੰਦੇ ਨੇ, ਤੁਹਾਡਾ ਆਟੋਮੈਟਿਕ ਇਹਦਾ ਸਮਾਨ ਜਿੰਨੇ ਦਾ ਤੁਸੀਂ ਲੈ ਰਹੇ ਹੋ ਉਹਦਾ ਸਾਰੇ ਦਾ ਬੀਮਾ ਹੋਏਗਾ। ਫਿਰ ਕੋਈ ਵਿਸ਼ੇਸ਼ ਪਾਬੰਦੀ ਇਹਦੇ 'ਚ ਨਹੀਂ ਹੈ, ਹਰ ਤਰ੍ਹਾਂ ਦਾ ਕੰਮ ਸ਼ੁਰੂ ਕਰ ਸਕਦਾ। ਸਿਰਫ ਕੋਈ ਵੀ ਇਲੀਗਲ ਕੰਮ ਜਿਹੜਾ ਸਰਕਾਰ ਵੱਲੋਂ ਵਰਜਿਤ ਹੈ ਉਹ ਕੰਮ ਦੇ ਉੱਤੇ ਲੋਨ ਤੁਹਾਨੂੰ ਨਹੀਂ ਮਿਲੇਗਾ। ਫਿਰ ਕਿੱਥੋਂ ਤੁਹਾਨੂੰ ਲੋਨ ਮਿਲੇਗਾ, ਕਿਸੇ ਵੀ ਬੈਂਕ ਤੋਂ, ਕਿਸੇ ਵੀ ਬ੍ਰਾਂਚ ਤੋਂ ਤੁਸੀਂ ਲੈ ਸਕਦੇ ਹੋ, ਚਾਹੇ ਉਹ ਪ੍ਰਾਈਵੇਟ ਬੈਂਕ ਹੋ ਚਾਹੇ ਸਰਕਾਰੀ ਬੈਂਕ, ਹਰ ਇੱਕ ਤੋਂ ਪ੍ਰਧਾਨ ਮੰਤਰੀ ਮੁਦਰਾ ਲੋਨ ਤੁਹਾਨੂੰ ਮਿਲ ਜਾਏਗਾ। ਪੈਨਲ ਇੰਟਰਸਟ ਕੀ ਪਏਗਾ, ਜੇ ਤੁਸੀਂ ਡਿਫਾਲਟਰ ਹੁੰਦੇ ਹੋ ਤਾਂ ਬੈਂਕ ਦੇ ਜਿਹੜੀ ਦਿਸ਼ਾ ਨਿਰਦੇਸ਼ ਹੁੰਦੇ ਉਹਦੇ ਮੁਤਾਬਿਕ ਕਿੰਨਾ ਤੁਸੀਂ ਕਰਜ਼ ਲਿਆ ਉਹਦੇ ਅਮਾਊਂਟ ਤੁਹਾਨੂੰ ਉਹਦਾ ਡਿਫਾਲਟਰ ਦਾ ਚਾਰਜਿਸ ਭਰਨਾ ਪਵੇਗਾ। ਇਸ ਲਈ ਕੋਈ ਵੀ ਕਿਸ਼ਤ ਤੁਹਾਡੀ ਟੁੱਟਣੀ ਨਹੀਂ ਚਾਹੀਦੀ।
ਪ੍ਰੀਪੇਮੈਂਟ ਚਾਰजेस ਕੀ ਹੋਣਗੇ? ਜੇ 2 ਲੱਖ ਤੋਂ ਥੱਲੇ ਦੀ ਅਮਾਉਂਟ ਤੁਸੀਂ ਲਈ ਹੋਈ ਹੈ ਫਿਰ ਕੋਈ ਵੀ ਚਾਰजेस ਨਹੀਂ ਪੈਂਦੇ। ਭਾਵ ਜਿਹੜਾ ਤੁਸੀਂ ਜੇ 7 ਸਾਲ ਦਾ ਤੁਹਾਡਾ ਲੋਨ ਹੈ ਪਰ ਤੁਸੀਂ ਉਹ ਟਰਮ ਲੋਨ ਪਹਿਲੋਂ ਮੋੜਨਾ ਚਾਹੁੰਦੇ 2 ਸਾਲ 3 ਸਾਲ ਬਾਅਦ, ਵੈਸੇ ਚਾਰजेस ਲੱਗਦੇ ਨੇ ਜੇ ਤੁਸੀਂ ਐਡਵਾਂਸ ਦੇਣਾ ਚਾਹੁੰਦੇ ਹੋ, ਪਰ ਇਹਦੇ 'ਚ ਜੇ 2 ਲੱਖ ਤੋਂ ਥੱਲੇ ਲਿਆ ਹੋਇਆ ਕਰਜ਼ਾ ਤੁਸੀਂ, ਫਿਰ ਤੁਹਾਨੂੰ ਕੋਈ ਪ੍ਰੀਪੇਮੈਂਟ ਚਾਰजेस ਨਹੀਂ ਪੈਣਗੇ। ਬਾਕੀ ਜੇ 2 ਲੱਖ ਤੋਂ ਉੱਤੇ ਫਿਰ ਬੈਂਕ ਦੇ ਜਿਹੜੇ ਰੂਲ ਹੈ ਉਹਦੇ ਮੁਤਾਬਿਕ ਪੈਣਗੇ। ਇੰਸਪੈਕਸ਼ਨ ਜਿਹੜੀ ਬੈਂਕ ਵੱਲੋਂ ਕੀਤੀ ਜਾਏਗੀ, ਸਾਲ 'ਚ 1 ਜਾਂ 2 ਵਾਰ ਕੀਤੀ ਜਾਂਦੀ। ਬੈਂਕ ਦੇ ਕਰਮਚਾਰੀ ਤੁਹਾਡੇ ਆ ਕੇ ਸਟਾਕ ਰਜਿਸਟਰ ਵੇਖਣਗੇ, ਤੁਹਾਡੀ ਜਿਹੜੀ ਕਿਸ਼ਤਾਂ ਕਿਸ ਤਰ੍ਹਾਂ ਜਾ ਰਹੀਆਂ, ਸਾਰਾ ਬੈਂਕ ਦਾ ਤੁਹਾਡਾ ਲੈਣ ਦੇਣ ਕਿੱਦਾਂ ਚੱਲ ਰਿਹਾ, ਉਹ ਇੱਕ ਵਾਰ ਇੰਸਪੈਕਸ਼ਨ ਜ਼ਰੂਰ ਆ ਕੇ ਕਰਨਗੇ। ਫਿਰ ਜਿਹੜਾ ਤੁਹਾਡਾ CBSE ਜਿਹੜਾ ਕੋਰ ਬੈਂਕਿੰਗ ਸੋਲਿਊਸ਼ਨ ਸਕੀਮ ਕੋਡ ਆ ਉਹ ਤੁਹਾਨੂੰ ਮਿਲੇਗਾ, ਤਾਂ ਕਿ ਤੁਸੀਂ ਆਪਣੇ ਜਿਹੜੇ ਲੈਣ ਦੇਣ ਤੁਹਾਨੂੰ ਬ੍ਰਾਂਚ ਜਾਣ ਦੀ ਲੋੜ ਨਹੀਂ, ਤੁਸੀਂ ਆਨਲਾਈਨ ਹੀ ਸਾਰਾ ਬੈਂਕ ਦਾ ਕੰਮ ਕਰ ਸਕਦੇ ਹੋ, ਜਾਂ ਕਿਸੇ ਹੋਰ ਬ੍ਰਾਂਚ ਤੋਂ ਜਾ ਕੇ ਵੀ ਆਪਣਾ ਜਿਹੜੇ ਤੁਹਾਡੇ ਲਾਗੇ ਪੈ ਰਹੀ ਉੱਥੋਂ ਕਰਵਾ ਸਕਦੇ ਹੋ। ਪ੍ਰਧਾਨ ਮੰਤਰੀ ਮੁਦਰਾ ਯੋਜਨਾ 'ਚ ਤੁਹਾਨੂੰ ਇੱਕ ਮੁਦਰਾ ਕਾਰਡ ਮਿਲੇਗਾ, ਜਿਸ ਤਰ੍ਹਾਂ ATM ਕਾਰਡ ਹੁੰਦਾ ਉਸ ਤਰ੍ਹਾਂ ਦਾ ਮਿਲੇਗਾ। ਇਹ ਮੁਦਰਾ ਕਾਰਡ ਸਿਰਫ ਪੜ੍ਹੇ ਲਿਖੇ ਵਿਅਕਤੀਆਂ ਨੂੰ ਜਾਂ ਜਿਹੜੇ ਇੰਡੀਵਿਜੂਅਲ ਮਾਲਕ ਨੇ, ਜਿਹੜੇ ਪ੍ਰੋਪਰਾਈਟਰ ਨੇ, ਉਹਨਾਂ ਨੂੰ ਹੀ ਮਿਲਦਾ। ਜੇ ਪਾਰਟਨਰਸ਼ਿਪ ਫਰਮ ਹੈ ਫਿਰ ਨਹੀਂ ਮਿਲੇਗਾ। ਜਿਹੜੀ ਸੰਯੁਕਤ ਅਧਿਕਤਮ ਕਰਜ਼ਾ 'ਚ 1 ਲੱਖ ਰੁਪਏ ਦਾ ਜਿਹੜਾ ਮੁਦਰਾ ਕਾਰਡ ਦੇ ਵੱਧ ਤੋਂ ਵੱਧ ਲੱਖ ਰੁਪਏ ਇਹ ਤੁਸੀਂ ਵਰਤ ਸਕਦੇ ਹੋ। ਜਿਹੜਾ ਕੰਪੋਜ਼ਿਟ ਲੋਨ ਹੈ, ਜੇ ਤੁਸੀਂ ਕੈਪੀਟਲ ਜਿਹੜਾ ਆਪਣਾ ਵਰਕਿੰਗ ਕੈਪੀਟਲ ਦੇ ਤੌਰ ਤੇ ਵਰਤਣਾ ਤਾਂ 20% ਵੱਧ ਤੋਂ ਵੱਧ 20,000 ਰੁਪਏ ਦੀ ਸਹੂਲਤ ਤੁਹਾਨੂੰ ਮਿਲੇਗੀ। ਮੁਦਰਾ ਕਾਰਡ ਦੀ ਅਧਿਕਤਮ ਸੀਮਾ 20,000 ਰੁਪਏ ਹੁੰਦੀ ਹੈ। ਮੁਦਰਾ ਕਾਰਡ ਦਾ ਕੀ ਹੁੰਦਾ ਉਹਦੇ 'ਚ? ਇਹ ਇੱਕ ਡੈਬਿਟ ਕਾਰਡ ਹੀ ਹੁੰਦਾ, ਜਿਸ ਤਰ੍ਹਾਂ ਤੁਹਾਡਾ ATM ਕਾਰਡ ਹੁੰਦਾ ਹੈ। ਰੁਪਏ ਪਲੇਟਫਾਰਮ ਤੇ ਕੰਮ ਕਰੇਗਾ। ਤੁਸੀਂ ਗੂਗਲ ਪੇ ਜਾਂ ਕੁਝ ਵੀ ਕਰ ਸਕਦੇ ਹੋ, ਜਾਂ ATM ਦੀ ਮਸ਼ੀਨ ਤੋਂ ਜਾ ਕੇ ਵੀ ਪੈਸੇ ਕਢਵਾ ਸਕਦੇ ਹੋ। ਮੁਦਰਾ ਕਾਰਡ ਤੁਹਾਡਾ ਇੰਡੀਵਿਜੂਅਲ ਹੋਏਗਾ, ਕਦੀ ਵੀ ਪ੍ਰੋਪਰਾਈਟਰ ਵਾਲੇ ਨੂੰ ਹੀ ਮਿਲੇਗਾ ਤੇ ਪਾਰਟਨਰਸ਼ਿਪ ਫਰਮ ਨੂੰ ਨਹੀਂ ਮਿਲਦਾ। ਇਸ ਲਈ ਬੈਂਕ ਦੇ ਜਿਹੜੇ ਫੀਲਡ ਕਰਮਚਾਰੀ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਕਿ ਉਹ ਵੀ ਸਾਰੇ ਜਿਹੜੇ ਕੋਈ ਵੀ ਸਬਜ਼ੀ ਵਿਕਰੇਤਾ ਹੈ ਜਾਂ ਕੋਈ ਛੋਟਾ ਜਾਂ ਅਖਬਾਰ ਵੇਚ ਰਿਹਾ ਜਾਂ ਕੋਈ ਵੀ ਇੱਦਾਂ ਦਾ ਛੋਟਾ ਕਾਰੋਬਾਰੀ ਹੈ, ਉਹਨੂੰ ਇਸ ਕਾਰਡ ਬਾਰੇ ਜ਼ਰੂਰ ਇਤਲਾਹ ਦੱਸਣ ਕਿ ਕਿਸ ਤਰ੍ਹਾਂ ਉਹਨਾਂ ਨੂੰ ਮਿਲ ਸਕਦਾ ਹੈ। ਹੁਣ ਦਸਤਾਵੇਜ਼ ਕੀ ਚਾਹੀਦੇ ਨੇ? ਜੇ ਲੋਨ 2 ਲੱਖ ਰੁਪਏ ਤੱਕ ਲੈ ਰਹੇ ਹੋ, ਉਹਦੇ ਵਾਸਤੇ ਤੁਹਾਨੂੰ ਲੋਨ ਦੀ ਐਪਲੀਕੇਸ਼ਨ ਜੇ ਤੁਹਾਨੂੰ ਦੱਸਿਆ ਲੈਕਚਰ 1 ਭਰਨਾ, ਬੈਂਕ ਤੋਂ ਮੁਹੱਈਆ ਕਰਵਾਈ ਜਾਏਗੀ 2 ਫੋਟੋਆਂ, ਤੁਹਾਡਾ ਆਇਡੈਂਟੀਟੀ ਪ੍ਰੂਫ ਕੋਈ ਵੀ ਹੋ ਸਕਦਾ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਆਧਾਰ ਕਾਰਡ ਜਾਂ ਪਾਸਪੋਰਟ, ਕੋਈ ਵੀ ਇੱਕ ਚੀਜ਼ ਲਾਉਣੀ ਹੈ। ਤੁਹਾਡਾ ਰੈਜ਼ੀਡੈਂਸ ਦਾ ਪ੍ਰੂਫ ਆਧਾਰ ਕਾਰਡ ਹੋ ਸਕਦਾ, ਵੋਟਰ ਕਾਰਡ, ਸੇਮ ਉਸ ਤਰ੍ਹਾਂ ਕੋਈ ਵੀ ਰੈਜ਼ੀਡੈਂਸ ਪ੍ਰੂਫ ਹੋ ਸਕਦਾ ਹੈ। ਜੇ ਤੁਸੀਂ ਕਿਸੇ ਵੀ SC ST ਮਾਈਨੋਰਟੀ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ, ਉਹਦਾ ਸਰਟੀਫਿਕੇਟ ਜੇ ਲੋੜ ਹੋਈ ਤੇ ਉਹ ਤੁਹਾਨੂੰ ਲਗਾਉਣਾ ਪਵੇਗਾ। ਤੇ ਜਿੱਥੇ ਤੁਸੀਂ ਕੰਮ ਸ਼ੁਰੂ ਕਰ ਰਹੇ ਹੋ ਉੱਥੋਂ ਦੇ ਐਡਰੈਸ ਦਾ ਪ੍ਰੂਫ, ਜੇ ਉਹ ਤੁਹਾਡੀ ਆਪਣੀ ਮਾਲਕੀ ਹੈ ਤੇ ਫਿਰ ਉਹਦੇ ਤੁਹਾਡੀ ਮਾਲਕੀਅਤ ਦਾ ਪ੍ਰੂਫ ਲੱਗਣਗੇ, ਨਹੀਂ ਤਾਂ ਤੁਸੀਂ ਕਿਰਾਏਨਾਮਾ ਵੀ ਦੇ ਸਕਦੇ ਹੋ। ਕੋਈ ਬੈਂਕ ਦਾ ਡਿਫਾਲਟਰ ਨਹੀਂ ਹੋਣੇ ਚਾਹੀਦੇ ਤੁਸੀਂ। ਫਿਰ ਜੇ ਤੁਸੀਂ ਬੈਂਕ ਦਾ ਪਹਿਲਾਂ ਚਲਾ ਰਹੇ ਹੋ ਖਾਤਾ, ਫਿਰ ਉਹ 6 ਮਹੀਨੇ ਦੀ ਤੁਹਾਡੀ ਸਟੇਟਮੈਂਟ ਲੱਗੇਗੀ, ਨਹੀਂ ਤਾਂ ਉਹਦੀ ਵੀ ਲੋੜ ਨਹੀਂ ਹੈ। ਕੋਟੇਸ਼ਨ ਲੱਗੇਗੀ ਜੇ ਤੁਸੀਂ ਟਰਮ ਲੋਨ ਲੈ ਰਹੇ ਹੋ, ਜੇ ਤੁਸੀਂ ਆਪਣੇ ਕਿਸੇ ਸਮਾਨ ਨੂੰ ਖਰੀਦਣ ਲਈ ਲੋਨ ਲੈ ਰਹੇ ਹੋ ਤਾਂ ਫਿਰ ਤੁਹਾਨੂੰ ਕੋਟੇਸ਼ਨ ਇੱਕ ਦੇਣੀ ਪਵੇਗੀ, ਉਹਦੇ ਬਿਹਾਫ ਤੇ ਤੁਹਾਨੂੰ ਲੋਨ ਮਿਲ ਜਾਏਗਾ। ਇੱਕ ਵਰਕਿੰਗ ਸਟਾਕ, ਜੇ ਤੁਸੀਂ ਆਪਣੀ ਵਰਕਿੰਗ ਕੈਪੀਟਲ ਦੇ ਤੌਰ ਤੇ ਆਪਣੀ ਲਿਮਿਟ ਬਣਾਉਣਾ ਚਾਹੁੰਦੇ, ਤੁਹਾਡਾ ਵਰਕਿੰਗ ਸਟਾਕ ਤੁਹਾਨੂੰ ਸ਼ੋਅ ਕਰਨਾ ਪਵੇਗਾ। ਜੇ 2 ਲੱਖ ਤੋਂ 10 ਲੱਖ ਰੁਪਏ ਤੱਕ ਦਾ ਲੋਨ ਲੈ ਰਹੇ ਹੋ, ਪਹਿਲੇ 10 ਜਿਹੜੇ ਤੁਹਾਨੂੰ ਪੁਆਇੰਟ ਦੱਸੇ ਉਹ ਡਾਕੂਮੈਂਟ ਤੇ ਚਾਹੀਦੇ ਹੀ ਹੈ। ਉਸ ਤੋਂ ਇਲਾਵਾ ਤੁਹਾਨੂੰ ਪਿਛਲੇ 2 ਸਾਲ ਦੀ ਬੈਲੈਂਸ ਸ਼ੀਟ, ਜੇ ਤੁਸੀਂ ਨਵੀਂ ਫਰਮ ਸ਼ੁਰੂ ਕੀਤੀ ਹੈ ਤਾਂ ਫਿਰ ਤੁਹਾਨੂੰ ਪ੍ਰੋਜੈਕਟਡ ਬੈਲੈਂਸ ਸ਼ੀਟ ਹੀ ਦੇਣੀ ਪਵੇਗੀ, ਨਵੀਂ ਪੁਰਾਣੀ ਕੋਈ ਬੈਲੈਂਸ ਸ਼ੀਟ ਦੇਣ ਦੀ ਲੋੜ ਨਹੀਂ ਹੈ। ਫਿਰ ਜੇ ਤੁਸੀਂ ਪੁਰਾਣੀ ਫਰਮ ਦੇ ਉੱਤੇ ਲਿਮਿਟ ਬਣਾ ਰਹੇ ਹੋ, ਫਿਰ ਤੁਹਾਨੂੰ ਉਸ ਸਾਲ ਦੀ ਸੇਲ ਪਰਚੇਜ, ਨਹੀਂ ਤੇ ਉਹਦੀ ਲੋੜ ਨਹੀਂ ਹੈ। ਫਿਰ ਉਸੇ ਤਰ੍ਹਾਂ ਪ੍ਰੋਜੈਕਟ ਰਿਪੋਰਟ ਲੱਗੇਗੀ, ਜੇ ਨਵੀਂ ਰਿਪੋਰਟ ਬਣਾ ਰਹੇ ਹੋ ਉਸ ਤਰ੍ਹਾਂ ਤੁਹਾਡਾ ਜਿਹੜੀ ਕੰਪਨੀ ਬਣਾਈ ਤੁਸੀਂ, ਜਿਹੜੀ ਪਾਰਟਨਰਸ਼ਿਪ ਡੀਡ ਲਿਖੀ ਹੈ, ਉਹਦੇ ਮੈਮੋਰੈਂਡਮ ਲੱਗੇਗਾ, ਆਰਟੀਕਲ ਆਫ ਐਸੋਸੀਏਸ਼ਨ ਲੱਗੇਗੀ। ਇਹ ਸਾਰਾ ਜਿਹੜਾ 5 ਲੱਖ ਤੋਂ ਉੱਤੇ ਵਾਲੇ 2 ਲੱਖ ਤੋਂ ਉੱਤੇ ਲੋਨ ਉਹਨਾਂ ਵਾਸਤੇ ਲੋੜ ਆ, ਪਰ ਜੇ 2 ਲੱਖ ਤੋਂ ਜਦੋਂ ਬੱਚੇ ਆਪਣਾ ਕੰਮ ਸ਼ੁਰੂ ਕਰ ਜਾ ਰਹੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਉਹਨਾਂ ਵਾਸਤੇ ਸਿਰਫ ਦੇ ਇੱਕ ਕੋਟੇਸ਼ਨ ਲੱਗਣੀ ਹੈ, ਉਹਦੇ ਨਾਲ ਹੀ ਉਹਨਾਂ ਨੂੰ ਲੋਨ ਮਿਲ ਜਾਏਗਾ। ਸੋ ਬੱਚੋ, ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਜੇ ਤੁਹਾਨੂੰ ਇਹ ਵੀਡੀਓ ਭੇਜੀ ਹੈ, ਤੁਸੀਂ ਧਿਆਨ ਨਾਲ ਸੁਣ ਲਓ ਤੇ ਕੀ ਡਾਕੂਮੈਂਟ ਲੱਗਣੇ, ਡਾਕੂਮੈਂਟ ਪੂਰੇ ਕਰਕੇ ਹੀ ਬੈਂਕ ਜਾਣਾ। ਆਪਣਾ ਜਿਹੜਾ ਉਦਯੋਗ ਆਧਾਰ ਕਾਰਡ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਹੀ ਜਾਣਾ। ਇਹ ਵੀਡੀਓ 'ਚ ਕੁਝ ਵੀ ਤੁਹਾਨੂੰ ਜੇ ਕੋਈ ਜਾਣਕਾਰੀ ਚਾਹੀਦੀ, ਕਮੈਂਟ ਬਾਕਸ 'ਚ ਮੈਨੂੰ ਪੁੱਛ ਸਕਦੇ ਹੋ, ਤੁਹਾਨੂੰ ਉਹਦੀ ਜਾਣਕਾਰੀ ਦਿੱਤੀ ਜਾਏਗੀ। ਨਹੀਂ ਕਿਸੇ ਵੀ ਬੈਂਕ ਦੀ ਬ੍ਰਾਂਚ ਤੇ ਜਾ ਕੇ ਤੁਸੀਂ ਇਸ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਾਰੇ ਜਾਣਕਾਰੀ ਲੈ ਸਕਦੇ ਹੋ। ਸੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ? ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬਾਓ, ਤਾਂ ਜੋ ਨਵੀਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।